ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਕੌਣ ਮੁਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋ ਚਲਤ ਪਿਆ ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ। ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਗੁਰ ਕਾ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ। ਗੁਰ ਕਾ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ। ਸੱਚੋ ਸੱਚ ਵੇਖੈ ਸਭ ਥਾਈ। ਸੱਚ ਸੁਣ ਮਨ ਵਸਾਏਂਦਾ ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਹਰ ਜੀਉ ਹਿਰਦੈ ਰੱਖੋ ਔਰ ਧਾਰੇ। ਗੁਰ ਕੈ ਸ਼ਬਦ ਸਦਾ ਸਾਲਾਹੇ ਮਿਲ ਸਾਚੇ ਸੁਖ ਪਾਏਂਦਾ।
ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ। ਆਪੇ ਵੇਖੈ ਆਪੇ ਬੂਝੈ, ਆਪੈ ਆਪ ਸਮਾਏਂਦਾ। ਜਿਨ ਮਨ ਵਿੱਚ ਬਥ ਪਾਈ ਸੋ ਜਾਣੈ, ਗੁਰ ਕੈ ਸ਼ਬਦੇ ਆਪ ਪਛਾਣੈ। ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏਂਦਾ। ਜਿਨ ਮਨ ਵਿੱਚ ਬਥ ਪਾਈ ਸੋਈ ਜਾਣੈ, ਗੁਰ ਕੈ ਸ਼ਬਦੇ ਆਪ ਪਛਾਣੈ। ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਥ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਨ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਜੀ ਸ਼ਰਵਣ ਕਰਦੇ ਆ ਰਹੇ ਹਨ। ਉੱਥੇ ਜਿੱਥੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨੀ ਹੈ, ਉੱਥੇ ਨਾਲ ਹੀ ਅੱਜ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਜਿਹਦੇ ਬਾਬਤ ਭੱਟ ਸਾਹਿਬਾਨ ਜੀ ਬਚਨ ਕਰਦੇ ਨੇ। ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਗਾਂ ਨਾਲ ਲੱਗੇ, ਸਤਿਗੁਰੂ ਮਹਾਰਾਜ ਦੇ ਸੇਵਕ ਬਣੇ, ਤੇ ਉਹ ਗੁਰੂ ਅੰਗਦ ਦੇ ਮਹਾਰਾਜ ਸ਼ਾਇਰ ਦਾ ਅਰਥ ਹੈ ਸਮੁੰਦਰ, ਕਿ ਸਮੁੰਦਰ ਦੀ ਨਿਆਈ ਵੱਡੇ ਹੋ ਗਏ। ਉਹ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਦਾ ਅੱਜ ਜੋਤੀ ਜੋਤ ਸਮਾਣ ਦਾ ਦਿਵਸ ਦਿਹਾੜਾ ਵੀ ਹੈ। ਜਿੱਥੇ ਆਪਾਂ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਨਾਲ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ, ਜੋ ਜਦੋਂ ਗੁਰਤਾ ਗੱਦੀ ਉੱਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਤੇ ਗੁਰਤਾ ਗੱਦੀ ਤੋਂ ਲੈ ਕੇ ਜੋਤੀ ਜੋਤ ਸਮਾਣ ਦੇ ਸਮੇਂ ਤੱਕ
ਸਤਿਗੁਰੂ ਜੀ ਨੇ ਕਿਹੜੇ ਕਿਹੜੇ ਸਾਡੇ ਉੱਤੇ ਪਰਉਪਕਾਰ ਕੀਤੇ, ਲੋਕਾਈ ਨੂੰ ਕੀ ਕੀ ਉਪਦੇਸ਼ ਦੇਣਾ ਕੀਤਾ, ਉਹ ਵਿਚਾਰ ਵੀ ਆਪਾਂ ਕਰਨੀ ਹੈ। ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਹਨ। ਕੱਲ੍ਹ ਵਾਲੀ ਵਿਚਾਰ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਸੀ, ਮਨੁੱਖਾ ਸਰੀਰ ਦੀ ਸਤਿਗੁਰੂ ਗੱਲ ਕਰਦੇ ਨੇ। ਵਚਨ ਕੀਤੇ ਸਨ ਕਿ ਜਿਹਨੂੰ ਮਨੁੱਖਾ ਜਨਮ ਪ੍ਰਾਪਤ ਹੋ ਗਿਆ, ਮਨੁੱਖਾ ਜਨਮ ਦੇ ਸ਼ਬਦ ਨਾਲ ਆਪਣੇ ਚਿੱਤ ਨੂੰ ਜੋੜ ਲਿਆ, ਫਿਰ ਇਸ ਤਰ੍ਹਾਂ ਉਹਦਾ ਜੀਵਨ ਫਿਰ ਸਫਲ ਹੋ ਜਾਂਦਾ ਹੈ। ਪਰ ਕਈ ਐਸੇ ਨੇ ਜਿਹੜੇ ਸ਼ਬਦ ਤੋਂ ਬਿਨਾਂ ਹੀ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਨ। ਉਹਨਾਂ ਦੀ ਜ਼ਿੰਦਗੀ ਵਿੱਚ ਘੁੱਪ ਹਨੇਰਾ ਹੈ। ਪਰ ਪਾਤਸ਼ਾਹ ਕਹਿੰਦੇ ਕਿਸੇ ਗੁਰਮੁਖ ਨੂੰ ਆਪ ਹੀ ਪਰਮੇਸ਼ਰ ਕਿਰਪਾ ਕਰਕੇ ਜਣਾਉਂਦਾ ਹੈ। ਇੱਕ ਸੰਸਾਰ ਵਿੱਚ ਆਉਂਦੇ ਇੰਨਾ ਵਧੀਆ ਮਨੁੱਖਾ ਜਨਮ ਮਿਲਿਆ ਹੁੰਦਾ ਤੇ ਇਹਨੂੰ ਅਜਾਈਂ ਵਿਅਰਥ ਗਵਾ ਲੈਂਦੇ ਹਨ। ਦਵੈਤ ਵਿੱਚ ਹੀ ਇਹ ਮਨੁੱਖ ਜੀ ਫਸੇ ਰਹਿੰਦੇ ਹਨ। ਸਤਿਗੁਰੂ ਕਹਿੰਦੇ ਇਹ ਵੇਲਾ ਫਿਰ ਹਾਥ ਨਾ ਆਵੈ, ਪਗ ਖਿਸਿਆ ਪਛਤਾਏਂਦਾ। ਜਿਹੜਾ ਸਾਨੂੰ ਅਵਸਰ ਮਿਲਿਆ, ਸਮਾਂ ਮਿਲਿਆ ਏ, ਅੱਜ ਪ੍ਰਾਪਤ ਹੋਇਆ, ਕੱਲ੍ਹ ਨੂੰ ਗੁਰੂ ਸਵਾਰੇ ਸਾਡੇ ਹੱਥ ਵਿੱਚ ਨਹੀਂ ਆਉਣਾ ਹੈ। ਭਗਤ ਕਬੀਰ ਸਾਹਿਬਾਨ ਇਸੇ ਕਰਕੇ ਬਚਨ ਕਰਦੇ ਨੇ ਨਾ, ਕਬੀਰ ਕਾਲ ਕਰੰਤ ਹੈ ਅਵਹਿ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗੋ, ਜੋ ਸਿਰ ਪਰ ਆਵੈ ਕਾਲ। ਜਦੋਂ ਕਾਲ ਸਿਰ ਦੀ ਚੋਟੀ ਉੱਤੇ ਆ ਕੇ ਖਲੋ ਗਿਆ, ਚੋਟੀ ਤੋਂ ਪਕੜ ਲਿਆ, ਅਤੇ ਉਦੋਂ ਕੁਝ ਵੀ ਸਾਡਾ ਜ਼ੋਰ ਨਹੀਂ ਚੱਲ ਸਕਦਾ। ਉੱਥੇ ਕੋਈ ਸਿਆਣਪ ਨਹੀਂ ਚੱਲ ਸਕਦੀ ਹੈ। ਸਰੀਰ ਦੀ ਤਾਕਤ ਵੀ ਫੇਲ ਹੋ ਜਾਂਦੀ ਹੈ। ਜਿੰਨੀਆਂ ਵੀ ਮਨੁੱਖ ਦੇ ਕੋਲ ਦੈਵੀ ਸ਼ਕਤੀਆਂ ਨੇ, ਪਰਮਾਤਮਾ ਨੇ ਬਖਸ਼ਿਸ਼ ਕੀਤੀਆਂ ਨੇ, ਸਾਡੇ ਸਾਰੀ ਸਰੀਰ ਦੀ ਜਿਹੜੀ ਸ਼ਕਤੀ ਹੈ ਇਹ ਸਾਰੀ ਉੱਥੇ ਖਤਮ ਹੋ ਜਾਂਦੀ ਹੈ। ਬੁੱਧੀ ਕੰਮ ਕਰਨੋਂ ਹਟ ਜਾਂਦੀ ਅਤੇ ਹੱਥ ਪੈਰ ਉੱਥੇ ਹੀ ਖਲੋ ਜਾਂਦੇ ਨੇ। ਅਤੇ ਜਦੋਂ ਜਿੰਦ ਨੂੰ ਲੈਣ ਵਾਸਤੇ ਪਰਮਾਤਮਾ ਦਾ ਭੇਜਿਆ ਹੋਇਆ ਫਰਿਸ਼ਤਾ ਜਾਂ ਦੂਤ ਕਹਿ ਦਈਏ, ਉਹ ਲੈਣ ਆਉਂਦੇ ਨੇ, ਉਦੋਂ ਸਰੀਰ ਵਿੱਚੋਂ ਇਸ ਦੇਹੀ ਨੂੰ, ਇਸ ਆਤਮਾ ਨੂੰ ਧੂਕੇ ਬਾਹਰ ਕੱਢ ਲੈਂਦੇ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਸਮਾਂ ਹੱਥ ਵਿੱਚੋਂ ਲੰਘ ਗਿਆ ਨਾ, ਇਹ ਸਮਾਂ ਫਿਰ ਦੁਬਾਰਾ ਹੱਥ ਵਿੱਚ ਨਹੀਂ ਆਵੇਗਾ। ਜਦੋਂ ਅੰਤਮ ਸਮਾਂ ਆ ਗਿਆ, ਅੰਤਮ ਸਮੇਂ ਹਾਲਤ ਇਹ ਵੇਲਾ ਫਿਰ ਹਾਥ ਨਾ ਆਵੈ, ਇਹ ਹੱਥ ਵਿੱਚ ਨਹੀਂ ਆਉਣਾ। ਪਗ ਖਿਸਿਆ ਪਛਤਾਏਂਦਾ, ਪੈਰ ਤੇਰੇ ਖਿਸਕ ਰਹੇ ਹਨ, ਇਸ ਤਰ੍ਹਾਂ ਪਿੱਛੇ ਹੋ ਜਾਵੇਗਾ ਅਤੇ ਅੰਤ ਵੇਲੇ ਕਹਿੰਦੇ ਪਛਤਾਏਂਦਾ, ਪਛਚਾਤਾਪ ਕਰੇਗਾ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ 'ਚ ਸ਼ਰਵਣ ਕੀਤੀ ਸੀ, ਜਿਹਦੇ 'ਚ ਪਾਤਸ਼ਾਹ ਨੇ ਸਾਨੂੰ ਸਮਝਾਇਆ। ਹੁਣ ਸਤਿਗੁਰੂ ਜੀ ਨੂੰ ਸਵਾਲ ਕੀਤਾ ਕਿ ਪਾਤਸ਼ਾਹ ਜੀ ਫਿਰ ਇਹ ਸਰੀਰ ਪਵਿੱਤਰ ਕਿਵੇਂ ਹੋ ਸਕਦਾ, ਇਹ ਸਰੀਰ ਪ੍ਰਵਾਨ ਕਿਵੇਂ ਹੋ ਸਕਦਾ ਹੈ। ਅਤੇ ਗੁਰੂ ਪਾਤਸ਼ਾਹ ਜੀ ਵਚਨ ਕਰਦੇ ਹਨ, ਕਹਿੰਦੇ ਗੁਰ ਕੈ ਸ਼ਬਦ ਪਵਿੱਤਰ ਸਰੀਰਾ। ਗੁਰੂ ਦੇ ਸ਼ਬਦ ਨਾਲ ਜੁੜ ਕੇ ਅਸਲ ਵਿੱਚ ਇਹ ਸਰੀਰ ਪਵਿੱਤਰ ਹੋ ਸਕਦਾ ਹੈ। ਜਿਹਦਾ ਸਰੀਰ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ, ਸ਼ਬਦ ਦੀ ਵਿਚਾਰਧਾਰਾ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ, ਉਹ ਸਰੀਰ ਫਿਰ ਪਵਿੱਤਰ ਹੋਇਆ ਹੈ।
ਜਿਸ ਸਰੀਰ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਵਾਸਾ, ਤੇ ਜਦੋਂ ਸ਼ਬਦ ਦੀ ਚੋਟ ਲੱਗਦੀ ਹੈ, ਸ਼ਬਦ ਦੀ ਚੋਟ ਦੇ ਨਾਲ ਸਰੀਰ ਪਵਿੱਤਰ ਹੁੰਦਾ ਹੈ। ਫਿਰ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ। ਇਸੇ ਹੀ ਸਰੀਰ ਦੇ ਵਿੱਚ ਜਿਹੜਾ ਗੁਣਿਆਂ ਦਾ ਗਹੀਰ ਪਰਮੇਸ਼ਰ ਹੈ, ਡੂੰਘਾ ਹੈ, ਉਹ ਪਰਮੇਸ਼ਰ ਵਾਹਿਗੁਰੂ ਦਾ ਵਾਸਾ ਹੋ ਜਾਂਦਾ। ਦੇਖੋ, ਗੁਰੂ ਅੰਗਦ ਦੇਵ ਮਹਾਰਾਜ ਦਾ ਅੱਜ ਆਪਾਂ ਜੋਤੀ ਜੋਤ ਸਮਾਉਣ ਦਾ ਦਿਵਸ ਦਿਹਾੜਾ ਮਨਾ ਰਹੇ ਹਾਂ। ਜਦੋਂ ਆਪਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ ਨਾ, ਤੇ ਸਤਿਗੁਰੂ ਮਹਾਰਾਜ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਜਿਹੜਾ ਪਹਿਲਾ ਜੀਵਨ ਸੀ ਸਤਿਗੁਰ ਦਾ, ਨਿਗੁਰੇ ਪੁਣ ਵਾਲਾ ਸੀ। ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਨਹੀਂ ਕੀਤੀ, ਦਰਸ਼ਨ ਦੀਦਾਰੇ ਨਹੀਂ ਕੀਤੇ ਸਨ। ਉਹ ਤਾਂ ਜਦੋਂ ਘਰ ਦੇ ਵਿੱਚ ਸ਼ਬਦ ਸੁਣਿਆ, ਸ਼ਬਦ ਦੀ ਚੋਟ ਐਸੀ ਲੱਗੀ, ਭਾਈ ਭਾਣਾ ਜੀ ਭਾਣੇ ਪਾਸੋਂ ਸੁਣਿਆ, ਭਾਈ ਜੋਧ ਜੀ ਦਾ ਮਿਲਾਪ ਹੋਇਆ, ਉਹਨਾਂ ਪਾਸੋਂ ਗੁਰਬਾਣੀ ਦੀ ਵਿਚਾਰ ਸੁਣੀ, ਤੇ ਮਨ ਵਿੱਚ ਇਹ ਵਿਚਾਰ ਕੀਤੀ ਕਿ ਮਨਾ ਗੁਰੂ ਅੰਗਦ ਦੇ ਮਹਾਰਾਜ ਦੇ, ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਦਰ ਇੱਕ ਵਾਰ ਜ਼ਰੂਰ ਕਰਨੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਸਤਿਗੁਰੂ ਮਹਾਰਾਜ ਦੇਵੀ ਦੇ ਯਾਤਰਾ ਲਈ ਜਾ ਰਹੇ ਸੀ, ਤੇ ਰਸਤੇ ਵਿੱਚ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਰਾਵੀ ਦਰਿਆ ਪਾਰ ਕੀਤਾ, ਤੇ ਸਤਿਗੁਰੂ ਮਹਾਰਾਜ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦਰਸ਼ਨ ਦੀਦਾਰੇ ਕਰਾਂ। ਆਪਣੇ ਸੰਗੀ ਸਾਥੀਆਂ ਨੂੰ ਆਖਣ ਲੱਗੇ ਕਿ ਤੁਸੀਂ ਜਾਣਾ ਕਰੋ, ਮੈਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀਦਾਰ ਕਰਨੇ ਹਨ। ਘੋੜੀ ਉੱਤੇ ਸਵਾਰ ਕਰਤਾਰਪੁਰ ਸਾਹਿਬ ਵਿਖੇ ਪ੍ਰਵੇਸ਼ ਹੋਏ। ਰਸਤੇ ਦੇ ਵਿੱਚ ਇੱਕ ਮਨੁੱਖ ਮਿਲਿਆ, ਪੁੱਛਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਸਥਾਨ ਕਿੱਥੇ ਹੈ, ਸਤਿਗੁਰੂ ਕਿੱਥੇ ਰਹਿੰਦੇ ਨੇ। ਉਸ ਮਨੁੱਖ ਨੇ ਘੋੜੇ ਦੀ ਲਗਾਮ ਪਕੜੀ ਤੇ ਗੱਲਾਂ ਬਾਤਾਂ ਕਰਦੇ ਹੋਏ, ਗੁਰੂ ਨਾਨਕ ਪਾਤਸ਼ਾਹ ਸਿਫਤ ਸਲਾਹ ਕਰਦੇ ਹੋਏ, ਇਸ ਤਰ੍ਹਾਂ ਜਿੱਥੇ ਸਤਿਗੁਰ ਦੀ ਧਰਮਸ਼ਾਲਾ ਬਣੀ ਹੋਈ ਹੈ, ਧਰਮਸ਼ਾਲਾ ਦੇ ਕੋਲ ਲੈ ਕੇ ਆ ਗਏ। ਕਹਿਣ ਲੱਗੇ, ਇਸ ਧਰਮਸ਼ਾਲਾ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਿੰਘਾਸਣ 'ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਨੇ। ਤੁਸੀਂ ਇੱਥੇ ਆਪਣੀ ਘੋੜੀ ਬੰਨ੍ਹਣਾ ਕਰੋ, ਤੇ ਆਹ ਜਿਹੜਾ ਜਲ ਪਿਆ ਇਹਦੇ ਨਾਲ ਆਪਣੇ 5 ਇਸ਼ਨਾਨਾਂ ਕਰਨਾ ਕਰੋ। ਕਹਿੰਦੇ ਨੇ ਭਾਈ ਲਹਿਣੇ ਜੀ ਨੇ ਉਸ ਸਮੇਂ ਘੋੜੀ ਬੰਨ੍ਹੀ, 5 ਇਸ਼ਨਾਨਾਂ ਕੀਤਾ। ਜਦੋਂ ਹੁਣ ਭਾਈ ਲਹਿਣਾ ਜੀ ਉਸ ਧਰਮਸ਼ਾਲਾ ਵਿੱਚ ਪ੍ਰਵੇਸ਼ ਹੋਏ ਨੇ, ਜਦੋਂ ਸਾਹਮਣੇ ਸਿੰਘਾਸਣ 'ਤੇ ਦੇਖਿਆ ਕਿ ਸਿੰਘਾਸਣ 'ਤੇ ਉਹੀ ਮਨੁੱਖ ਬੈਠੇ ਹੋਏ ਨੇ ਜਿਹੜੇ ਮੇਰੀ ਘੋੜੀ ਦੀ ਲਗਾਮ ਪਕੜ ਕੇ ਮੈਨੂੰ ਇੱਥੇ ਲੈ ਕੇ ਆਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਖੁਦ ਗੁਰੂ ਸਵਾਰਿਓ ਭਾਈ ਲਹਿਣੇ ਜੀ ਨੂੰ ਅੱਗੇ ਲੈਣ ਵਾਸਤੇ ਆਏ ਸੀ। ਮੱਥਾ ਟੇਕਿਆ, ਖਿਮਾ ਮੰਗੀ ਕਿ ਪਾਤਸ਼ਾਹ ਜੀ, ਇਹ ਮੇਰਾ ਕੰਮ ਸੀ ਕਿ ਤੁਸੀਂ ਘੋੜੀ ਉੱਤੇ ਬਹਿੰਦੇ ਤੇ ਮੈਂ ਘੋੜੇ ਦੀ ਲਗਾਮ ਪਕੜਦਾ, ਪਰ ਕੰਮ ਉਲਟ ਹੋ ਗਿਆ ਕਿ ਆਪ ਜੀ ਨੇ ਲਗਾਮ ਪਕੜੀ ਤੇ ਮੈਂ ਘੋੜੀ ਉੱਤੇ ਸਵਾਰ, ਮੇਰੇ ਤੋਂ ਵੱਡਾ ਗੁਨਾਹ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਹਿਣੇ ਵੱਲ ਦੇਖਦੇ ਨੇ ਤੇ ਮੁਸਕਰਾਉਂਦੇ ਨੇ, ਤੇ ਸਤਿਗੁਰੂ ਮਹਾਰਾਜ ਪੁੱਛਦੇ ਨੇ, ਕਹਿੰਦੇ ਤੇਰਾ ਪੁਰਖਾ, ਤੇਰਾ ਨਾਮ ਕੀ ਹੈ। ਕਹਿਣ ਲੱਗਿਆ ਕਿ ਪਾਤਸ਼ਾਹ ਮੇਰਾ ਨਾਮ ਹੈ ਲਹਿਣਾ। ਤੇ ਸਤਿਗੁਰੂ ਮੁਸਕਰਾਉਂਦੇ ਹੋਏ ਬਚਨ ਕੀਤੇ ਪਾਤਸ਼ਾਹ ਨੇ। ਕਹਿਣ ਲੱਗੇ, ਜਿਹੜੇ ਲੈਣ ਵਾਲੇ ਹੁੰਦੇ ਨਾ ਭਾਈ, ਉਹ ਘੋੜੀ ਉੱਤੇ ਚੜ੍ਹ ਕੇ ਆਉਂਦੇ ਨੇ, ਉਹ ਚੜ੍ਹ ਕੇ ਆਉਂਦੇ ਨੇ, ਦੇਣ ਵਾਲੇ ਤਾਂ ਹੱਥ ਜੋੜ ਕੇ ਦੇਣ ਲਈ ਤਿਆਰ ਹੋ ਜਾਂਦੇ ਨੇ। ਤੁਸੀਂ ਲੈਣਾ ਤੇ ਅਸੀਂ ਤੁਹਾਡਾ ਦੇਣਾ ਹੈ। ਤੇ ਸਤਿਗੁਰੂ ਮਹਾਰਾਜ ਨੇ ਇਹ ਵਚਨ ਕੀਤੇ। ਤੇ ਇਸ ਤਰ੍ਹਾਂ ਗੁਰੂ ਸਵਾਰੇ ਇਹ 1532 ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਿਲਾਪ ਹੋਇਆ ਸੀ, ਤੇ ਸਨ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਨੇ।
ਜੋਤੀ ਜੋ ਸਮਾਨ ਵੇਲੇ ਸਤਿਗੁਰੂ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। 7 ਸਾਲ ਕੁਝ ਕੁ ਮਹੀਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਭਾਈ ਲਹਿਣੇ ਜੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ। ਸੇਵਾ ਕੈਸੀ ਕੀਤੀ ਹੈ? ਗੁਰੂ ਨਾਨਕ ਦਾ ਹੁਕਮ ਮੰਨਿਆ। ਫਿਰ ਹੁਕਮ ਮੰਨ ਕੇ ਸਤਿਗੁਰ ਦੇ ਦਰ ਤੇ ਪ੍ਰਵਾਨ ਹੋਏ। ਗੁਰਬਾਣੀ ਦਾ ਫਰਮਾਨ ਹੈ ਕਿ ਹੁਕਮ ਮੰਨਿਆ ਹੋਵੈ ਪ੍ਰਵਾਨ, ਤਾਂ ਖਸਮੈ ਕੈ ਮਹਿਲ ਪਾਏ ਸੀ। ਜਦੋਂ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤੇ ਸਤਿਗੁਰੂ ਮਹਾਰਾਜ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਤੁਸੀਂ ਅੱਜ ਤੋਂ ਬਾਅਦ ਤੁਸੀਂ ਖਡੂਰ ਸਾਹਿਬ ਜਾ ਕੇ ਆਪਣੀ ਜੋਤ ਜਗਾਣੀ ਹੈ। ਜਿੱਥੇ ਰਹੋਗੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਾਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ, ਲਖਮੀ ਦਾਸ ਜੀ ਇਹ ਝਗੜਾ ਕਰਨਗੇ। ਇਸ ਕਰਕੇ ਖਡੂਰ ਸਾਹਿਬ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਲੋਕਾਈ ਦਾ ਭਲਾ ਕਰੋ। ਤੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ। ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋ ਸਮਾਏ ਨੇ ਅੰਤਮ ਕਿਰਿਆ ਕੀਤੀ ਗਈ। ਤੇ ਇਸ ਤੋਂ ਉਪਰੰਤ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਵਿਰਾਜਮਾਨ ਹੋ ਗਏ। ਪਿੰਡ ਦਾ ਨਾਮ ਹੈ ਖਡੂਰ। ਗੁਰੂ ਅੰਗਦ ਦੇ ਮਹਾਰਾਜ ਦੇ ਉੱਥੇ ਚਰਨ ਪੈਣ ਦੇ ਨਾਲ ਤੇ ਸਤਿਗੁਰ ਨੇ ਗੁਰਿਆਈ ਦਾ ਸਮਾਂ ਉੱਥੇ ਗੁਜ਼ਾਰਨਾ ਕੀਤਾ, ਜਿਸ ਕਰਕੇ ਸਤਿਗੁਰ ਦੇ ਚਰਨ ਪੈਣਾ ਸਾਹਿਬ ਬਣ ਗਿਆ ਖਡੂਰ ਸਾਹਿਬ। ਤੇ ਸਤਿਗੁਰੂ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋ ਸਮਾ ਗਏ, ਪਾਤਸ਼ਾਹ ਖਡੂਰ ਸਾਹਿਬ ਪਹੁੰਚੇ ਨੇ। ਇਤਿਹਾਸਕਾਰ ਲਿਖਦੇ ਨੇ ਕਾਫੀ ਸਮਾਂ ਗੁਰੂ ਅੰਗਦ ਦੇ ਮਹਾਰਾਜ ਉਪਰਾਮ ਰਹੇ ਸਨ। ਮਾਤਾ ਇੱਥੋਂ ਤੱਕ ਬਰਾਗ ਦੇ ਵਿੱਚ ਪਹੁੰਚ ਗਏ ਸੀ। ਬਰਾਗ ਵਿੱਚ ਪਹੁੰਚ ਕੇ ਮਾਤਾ ਬਰਾਈ ਦੇ ਕੋਠੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ। ਬੰਦ ਕੀਤਾ ਤੇ ਬਚਨ ਕਰ ਦਿੱਤੇ ਕਿ ਜਦੋਂ ਸਾਨੂੰ ਕੁਝ ਲੋੜ ਹੋਵੇ, ਸੁਬਾਹ ਸ਼ਾਮ ਥੋੜ੍ਹਾ ਬਹੁਤਾ ਛਕਣਾ ਹੈ, ਤੁਸੀਂ ਆਪਣੇ ਕੋਲੋਂ ਕੁਝ ਕੁ ਪ੍ਰਸ਼ਾਦਾ ਜਾਂ ਦੁੱਧ ਇਤਿਆਦਿਕ ਲੈ ਕੇ ਆਉਣਾ ਹੈ, ਅਸੀਂ ਬਾਹਰ ਨਹੀਂ ਨਿਕਲਣਾ। ਇੰਨੇ ਬਰਾਗ ਦੇ ਵਿੱਚ ਸਨ। ਉੱਧਰੋਂ ਖਡੂਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਆਉਂਦੀਆਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਦੂਸਰੇ ਵਾਰਸ ਗੁਰੂ ਅੰਗਦ ਦੇ ਮਹਾਰਾਜ ਦੇ ਆਪਾਂ ਦਰਸ਼ਨ ਦੀਦਾਰੇ ਕਰੀਏ। ਪਰ ਜਦੋਂ ਖਡੂਰ ਸਾਹਿਬ ਪਹੁੰਚਦੇ ਨੇ ਤੇ ਕੀ ਦੇਖਦੇ ਨੇ? ਸਿੰਘਾਸਣ ਖਾਲੀ ਹੈ। ਸੰਗਤਾਂ ਬੜੀਆਂ ਵਿਹਵਲ ਹੋਈਆਂ। ਫਿਰ ਗੁਰੂ ਸਵਾਰਿਓ ਉਦੋਂ ਸੰਗਤਾਂ ਨੇ ਇਕੱਤਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋ ਸਮਾਏ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਬਚਨ ਕੀਤੇ ਸੀ ਕਿ ਮੈਂ ਤੇਰੇ ਤੋਂ ਕਦੇ ਓਹਲੇ ਨਾ ਹੋਸਾਂ, ਤੇਰੇ ਤੋਂ ਕਦੇ ਵੀ ਓਹਲੇ ਨਹੀਂ ਹੋਵਾਂਗਾ। ਤੇ ਇਸ ਕਰਕੇ ਗੁਰੂ ਨਾਨਕ ਦੀ ਜੋਤ ਦੇ ਦੂਸਰੇ ਵਾਰਸ ਗੁਰੂ ਅੰਗਦ ਦੇ ਮਹਾਰਾਜ ਉਹ ਗੁਰੂ ਨਾਨਕ ਦਾ ਰੂਪ ਹਨ। ਆਪ ਜੀ ਦੱਸੋ ਕਿ ਸਤਿਗੁਰੂ ਕਿਹੜੀ ਥਾਂ 'ਤੇ ਬੈਠੇ ਹੋਏ ਨੇ। ਕਿਰਪਾ ਕਰਕੇ ਸੰਗਤਾਂ ਬੜੀਆਂ ਵਿਹਵਲ ਹਨ ਤਾਂ ਕਿ ਸਤਿਗੁਰੂ ਜੀ ਆਪਣੇ ਛਤਰ ਸਿੰਘਾਸਣ 'ਤੇ ਆ ਕੇ ਬੈਠਣ, ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ, ਤਾਂ ਕਿ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਦਾ ਜੀਵਨ ਸਫਲਾ ਹੋ ਜਾਵੇ। ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਨੇ ਫਿਰ ਗੁਰੂ ਅੰਗਦ ਦੇ ਮਰਨ ਨੂੰ ਪ੍ਰਗਟ ਕੀਤਾ ਸੀ। ਫਿਰ ਗੁਰੂ ਅੰਗਦ ਦੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ, ਤੁਹਾਡੇ ਵਿੱਚ ਹੁਣ ਜੋਤ ਜਗ ਰਹੀ ਹੈ ਗੁਰੂ ਨਾਨਕ ਦੀ, ਤੁਹਾਨੂੰ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਪਾਤਸ਼ਾਹ ਜੀ ਸਿੱਖਾਂ ਦਾ ਭਲਾ ਕਰੋ, ਆਈ ਹੋਈ ਸੰਗਤ ਦਾ ਭਲਾ ਕਰੋ। ਜੇ ਪਰਉਪਕਾਰ ਵਾਲੇ ਜਿਹੜੇ ਕਾਰਜ ਲਈ ਤੁਹਾਨੂੰ ਇਹ ਗੱਦੀ ਮਿਲੀ ਹੈ, ਉਹਨਾਂ ਕਾਰਜਾਂ ਨੂੰ ਕਰਨਾ ਕਰੋ। ਤੇ ਸਤਿਗੁਰੂ ਸੰਗਤਾਂ ਬੜੀਆਂ ਵਿਹਵਲ ਹਨ। ਫਿਰ ਗੁਰੂ ਸਵਾਰੇ ਗੁਰੂ ਅੰਗਦ ਦੇ ਮਹਾਰਾਜ ਉਸ ਕਮਰੇ 'ਚੋਂ ਬਾਹਰ ਨਿਕਲੇ, ਖਡੂਰ ਸਾਹਿਬ ਵਿਖੇ ਆਪਣੀ ਜੋਤ ਜਗਾਣਾ ਕੀਤੀ, ਬੜਾ ਲੋਕਾਈ ਦਾ ਭਲਾ ਕੀਤਾ। ਉਹ ਸਮਾਂ ਵੀ ਆਇਆ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਬਾਬਾ ਅਮਰਦਾਸ ਜੀ ਹਲੇ ਹਨ, ਜਿਨ੍ਹਾਂ ਦਾ ਗੁਰਤਾ ਗੱਦੀ ਦਿਵਸ ਦਿਹਾੜਾ ਆਪਾਂ ਜਦੋਂ
ਖਾਲਸਾ ਪੰਥ ਦਾ ਸਾਜਨਾ ਦਿਵਸ ਸੀ, 13 ਅਪ੍ਰੈਲ ਵਾਲੇ ਦਿਨ ਮਨਾ ਕੇ ਹਟੇ ਹਾਂ। ਅਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਗੁਰੂ ਨਾਲ ਮਿਲਾਪ ਹੁੰਦਾ ਹੈ 44 ਦੇ ਵਿੱਚ, ਅਤੇ ਗੁਰੂ ਸਵਾਰੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਗੁਰਤਾ ਗੱਦੀ ਉੱਤੇ ਵਿਰਾਜਮਾਨ ਨੇ। ਬਾਬਾ ਅਮਰਦਾਸ ਜੀ ਜਿਨ੍ਹਾਂ ਨੇ ਬੀਬੀ ਅਮਰੋ ਪਾਸੋਂ ਸ਼ਬਦ ਸੁਣਨਾ ਕੀਤਾ, ਆਸਾ ਦੀ ਵਾਰ ਸੁਣੀ ਹੈ, ਅਤੇ ਸ਼ਬਦ ਸੁਣਨ ਉਪਰੰਤ ਫਿਰ ਬੀਬੀ ਅਮਰੋ ਦੇ ਰਾਹੀਂ ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਅਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੇ। ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚੇ ਨੇ ਅਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਸਿੰਘਾਸਣ ਤੋਂ ਉੱਠਣ ਲੱਗੇ ਅਤੇ ਸਤਿਗੁਰੂ ਕਹਿਣ ਲੱਗੇ, ਨਹੀਂ, ਮੈਂ ਦੁਨਿਆਵੀ ਰਿਸ਼ਤੇ ਨੂੰ ਮੁੱਖ ਰੱਖਦਿਆਂ ਨਹੀਂ ਆਇਆ ਹਾਂ। ਮੈਂ ਤੁਹਾਡੇ ਕੋਲ ਇੱਕ ਸਿੱਖ ਦੇ ਰੂਪ ਵਿੱਚ ਆਇਆ, ਸਿੱਖੀ ਲੈਣ ਵਾਸਤੇ ਆਇਆ ਹਾਂ। ਕਿਉਂਕਿ ਰਿਸ਼ਤੇ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੁੜਮ ਸੀ। ਕਿਉਂਕਿ ਸਤਿਗੁਰਾਂ ਦੇ ਭਤੀਜੇ ਨੂੰ ਬੀਬੀ ਅਮਰੋ ਜੀ ਵਿਆਹੀ ਹੋਈ ਸੀ, ਜੋ ਗੁਰੂ ਅੰਗਦ ਦੇ ਮਰ ਸੁਪੁੱਤਰੀ ਸੀ। ਇੱਥੇ ਫਿਰ ਸਤਿਗੁਰੂ ਮਹਾਰਾਜ ਨੇ ਜਦੋਂ ਬਚਨ ਕੀਤੇ ਨਾ ਕਿ ਮੈਂ ਤੁਹਾਡੇ ਕੋਲ ਆਇਆ ਹਾਂ ਸਿੱਖੀ ਲੈਣ ਵਾਸਤੇ, ਦੁਨਿਆਵੀ ਰਿਸ਼ਤਾ ਪਿੱਛੇ ਛੱਡਿਆ ਏ, ਅਤੇ ਕਹਿੰਦੇ ਉਦੋਂ ਫਿਰ ਸਤਿਗੁਰੂ ਜੀ ਸਿੰਘਾਸਣ 'ਤੇ ਬੈਠ ਗਏ। ਦੀਵਾਨ ਸਜੇ ਨੇ, ਸਜੇ ਹੋਏ ਦੀਵਾਨਾਂ ਵਿੱਚ ਪਾਤਸ਼ਾਹ ਨੇ ਬਚਨ ਕੀਤੇ ਕਿ ਭਾਈ ਜਿਹਨੇ ਸਿੱਖੀ ਲੈਣੀ ਹੈ ਨਾ ਉਹ ਸੇਵਾ ਕਰੇ, ਸਿਮਰਨ ਕਰੇ। ਜਿਹਨੇ ਸਿੱਖੀ ਲੈਣੀ ਹੈ, ਸੇਵਾ ਸਿਮਰਨ ਕਰਨ ਦੇ ਨਾਲ ਫਿਰ ਸਿੱਖੀ ਪ੍ਰਾਪਤ ਕਰਕੇ ਜੀਵ ਦਾ ਜੀਵਨ ਸਫਲਾ ਹੁੰਦਾ ਹੈ। ਹੁਣ ਉਪਦੇਸ਼ ਸਾਰਿਆਂ ਲਈ ਸੀ ਅਤੇ ਕਮਾਣਾ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਬਾਬੇ ਅਮਰਦਾਸ ਜੀ ਨੇ। ਅਤੇ ਗੁਰੂ ਸਵਾਰਿਓ 1500 ਇਸ ਤਰ੍ਹਾਂ 12 ਸਾਲ ਕਹਿੰਦੇ ਨੇ ਸੇਵਾ ਕੀਤੀ ਹੈ। ਫਿਰ ਸਮਾਂ ਆ ਗਿਆ ਜੋਤੀ ਜੋ ਸਮਾਨ ਦਾ ਸਮਾਂ। 12 ਸਾਲ ਬਾਬੇ ਅਮਰਦਾਸ ਜੀ ਨੇ ਸੇਵਾ ਕੀਤੀ ਅਤੇ ਜੀਵਨ ਦੀ ਅਖੀਰਲੀ ਘਟਨਾ ਜਦੋਂ ਸੰਨ 1552 ਦੇ ਵਿੱਚ ਕਹਿੰਦੇ ਨੇ ਜਦੋਂ 12ਵੇਂ ਸਾਲ ਸਤਿਗੁਰੂ ਜੀ ਸੀਸ ਉੱਤੇ ਗਾਗਰ ਚੁੱਕੀ ਹੋਈ ਹੈ, ਬਿਆਸਾ ਦਰਿਆ ਦੇ ਵਿੱਚੋਂ ਜਲ ਲੈ ਕੇ ਆਉਂਦੇ ਨੇ, ਗੁਰੂ ਅੰਗਦ ਦੇ ਮਹਾਰਾਜ ਦਾ ਇਸ਼ਨਾਨ ਕਰਾਉਂਦੇ ਹਨ। ਅੱਜ ਜਦੋਂ ਗਾਗਰ ਲੈ ਕੇ ਆ ਰਹੇ, ਸਤਿਗੁਰੂ ਨੇ ਕਲਾ ਵਰਤਾ ਦਿੱਤੀ। ਕਲਾ ਕੀ ਵਰਤੀ ਹੈ? ਬੜੀ ਤੇਜ਼ੀ ਦਾ ਝੱਖੜ ਚੱਲਿਆ, ਅੱਖਾਂ ਵਿੱਚ ਮਿੱਟੀ ਘੱਟਾ ਪਿਆ, ਫਿਰ ਬਾਅਦ ਥੋੜ੍ਹੀ ਵਰਖਾ ਲੱਗੀ ਹੈ। ਅਤੇ ਸਤਿਗੁਰੂ ਜਦੋਂ ਵਾਪਸ ਆ ਰਹੇ ਸਨ, ਕਹਿੰਦੇ ਨੇ ਠੇਡਾ ਵੱਜਿਆ, ਜਿਹੜਾ ਜਲਾਹੇ ਦੀ ਕਿੱਲੀ ਸੀ ਉਹਦੇ ਨਾਲ ਠੇਡਾ ਵੱਜਿਆ। ਠੇਡਾ ਵੱਜ ਕੇ ਪਾਤਸ਼ਾਹ ਜੀ ਡਿੱਗ ਗਏ ਅਤੇ ਸਾਰਾ ਵਜਨ ਆਪਣੇ ਸਰੀਰ ਉੱਤੇ ਸਹਾਰਨਾ ਕੀਤਾ, ਪਰ ਪਾਣੀ ਦੀ ਭਰੀ ਹੋਈ ਗਾਗਰ ਖਾਲੀ ਨਹੀਂ ਹੋਣ ਦਿੱਤੀ। ਜਦੋਂ ਖੜਾਕ ਹੋਇਆ, ਜਲਾਹਾ ਪੁੱਛਦਾ, ਕਹਿੰਦਾ ਅੱਧੀ ਰਾਤ ਵੇਲੇ ਕੌਣ ਹੈ? ਬਿਜਲੀ ਆਕਾਸ਼ ਵਿੱਚ ਲਿਸ਼ਕ ਰਹੀ ਸੀ। ਬਿਜਲੀ ਦੀ ਚਮਕ ਨਾਲ ਦੇਖਣਾ ਕੀਤਾ। ਜਲਾਹੀ ਕਹਿਣ ਲੱਗੀ, ਉਹੀ ਅਮਰੂ ਨੇ ਥਾਵਾਂ ਜਿਹੜਾ ਕੁੜਮਾਂ ਦੇ ਘਰ ਰੋਟੀ ਦੇ ਟੁੱਕ ਲਈ ਪਾਣੀ ਢੋਂਦਾ ਫਿਰਦਾ ਹੈ। ਕੁੜਮਾਂ ਦੇ ਘਰ ਰੋਟੀ ਦੇ ਟੁੱਕ ਲਈ ਪਾਣੀ ਢੋਂਦਾ ਫਿਰਦਾ ਹੈ। ਅਤੇ ਮੁੱਖੋਂ ਜਦੋਂ ਇਹ ਬੋਲੇ ਅਤੇ ਬਾਬੇ ਅਮਰਦਾਸ ਤੋਂ ਰਿਹਾ ਨਹੀਂ ਗਿਆ। ਕਹਿਣ ਲੱਗੇ, ਕਮਲੀਏ ਝੱਲੀਏ, ਕੌਣ ਕਹਿੰਦਾ ਮੈਂ ਨਿਥਾਵਾਂ ਹਾਂ? ਮੈਂ ਤਾਂ ਹੁਣ ਥਾਂ ਵਾਲਾ ਹੋ ਗਿਆ। ਮੇਰੇ ਗੁਰੂ ਨੇ, ਗੁਰੂ ਅੰਗਦ ਦੇ ਮਹਾਰਾਜ। ਅਤੇ ਇਹ ਬਚਨ ਕੀਤੇ। ਇੰਨੇ ਬਚਨ ਕਰਨ ਦੀ ਦੇਰੀ ਸੀ, ਜਲਾਹੀ ਕਮਲੀ ਝੱਲੀ ਹੋ ਗਈ। ਅੱਜ ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਹਜ਼ੂਰੀ ਵਿੱਚ ਸਤਿਗੁਰੂ ਪਹੁੰਚੇ ਨੇ ਅਤੇ ਸਤਿਗੁਰੂ ਮਹਾਰਾਜ ਨੇ ਜਦ ਸਜਦਾ ਕੀਤਾ, ਕਹਿੰਦੇ ਇਸ਼ਨਾਨ ਇਤਿਆਦ ਕਰਵਾਇਆ ਹੈ। ਅਤੇ ਉੱਧਰੋਂ ਗੁਰੂ ਸਰ ਜਲਾਹਾ ਅਤੇ ਜਲਾਹੀ ਵੀ ਆ ਗਏ। ਜਲਾਹਾ ਅਤੇ ਜਲਾਹੀ ਨੇ ਆ ਕੇ ਬੇਨਤੀ ਕੀਤੀ। ਕਹਿਣ ਲੱਗੀ, ਸਤਿਗੁਰੂ ਜੀ ਕਿਰਪਾ ਕਰੋ, ਮੇਰੀ ਘਰਵਾਲੀ ਨੂੰ ਆਪ ਜੀ ਠੀਕ ਕਰਨਾ ਕਰੋ। ਅਤੇ ਸਾਰੀ ਘਟਨਾ ਜਲਾਹੇ ਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਸੁਣਾਉਣਾ ਕੀਤੀ ਕਿ ਇਸ ਤਰ੍ਹਾਂ ਮੇਰੀ ਘਰਵਾਲੀ ਨੇ ਅਮਰੂ ਨੇ ਥਾਵਾਂ ਆਖਣਾ ਕੀਤਾ, ਅੱਗੋਂ ਨੇ ਕਮਲੀਏ ਝੱਲੀ ਆਖਣਾ ਕੀਤਾ। ਉਦੋਂ ਦੀ ਮੇਰੀ ਘਰਵਾਲੀ ਝੱਲੀ ਹੋ ਗਈ ਹੈ ਅਤੇ ਸਤਿਗੁਰੂ ਕਿਰਪਾ ਕਰੋ,
मेरी घरवाली नूं ठीक करना करो। तो गुरु अंगद देव महाराज बड़े प्रसन्न होए, कहन लगे तेरी घरवाली ठीक हो जाएगी, पर जिस थां ते तुसीं अपना घर बना के रह रहे हो वो थां सानू देना करो, असी तुहाडे वास्ते फ्री नहीं लवां, मुल लवांगे। सतगुरु महाराज ने उस समय अपने तोछे खाने चों माया देना कीती, माया दे के जलाहे पासों वो जमीन लई है, तो जिथे अज गुरुद्वारा साहब बनया होया है। तो कहते ने फिर अज सतगुरु जी ने धन गुरु अमरदास पातशाह बाबे अमरदास जी नूं संघासन उत्ते बिठाया। पहला 12 साल सतगुरु इशनान करांदे रहे, अज बाबे अमरदास जी का गुरु अंगद देव महाराज अपने हत्थी इशनान करवाया तो संघासन ते बिठाया। तो जिहड़े जिन जो 1 साल बाद पातशाह नूं सिरपाओ की बख्शिश हुंदी सी, कहते ने सतगुरु जी गुरु की दात जान के ना अपने सीस उत्ते सजा लेंदे सन। कल्ला कल्ला सिरपाओ पातशाह जी खोलते ने ते नाले वर दिंदे ने कि तुसी निमाणियों के मान हो, निताणियों के ताण हो, निगतियों की गत हो, निपत्तियों की पत हो, निआसरियों के आश्रय हो, भन्नण घड़न समरथ हो, गई बहोड़ हो, बंदी छोड़ हो। तो इस तरह गुरु सवारे इतिहादक 12 वर देना कीते। ते सतगुरु महाराज दे अगे 5 पैसे नारियल रख के 3 परिक्रमा करके मत्था टेक दिता। 1552 की ये घटना। मत्था टेकिया ते संगत नूं संबोधन करके वचन कीते, कहन लगे कि जिमें सानू गुरु नानक साहब मन गुरता गद्दी की बख्शिश की सी, इसे तरह ही हुण असीं गुरता गद्दी की बख्शिश की है अपने सेवक गुरु अमरदास पातशाह महाराज उत्ते। ये हुण बाबा अमरदास जी ने नाम नाल एक शब्द लग गया गुरु शब्द। जिहड़ी जोत गुरु नानक साहब महाराज की साडे अंदर विराजमान होई सी, उही जोत अज गुरु अमरदास पातशाह विच विराजमान हो गई है। सारी संगत नूं संबोधन करके वचन कीते कि मत्था टेकना करो। गुरता गद्दी जिहड़ा तिलक सी वो बाबा बुढ़ा साहब जी ने लाना कीता। कहंदे ने इस तरह गुरगद्दी दे उत्ते 1552 दे विच गुरु अमरदास पातशाह महाराज नूं विराजमान कर दिता। गुरु अंगद देव महाराज जीवन दी अहम घटना ने जिन्हां सानूं सिੱਖਿਆ मिलदी। बड़े बड़े अहंकारियां दा अहंकार सतगुरु ने तोड़ना कीता। चाहे वो तपा सी जिहड़ा ईरखा वस हो के गुरु अंगद देव महाराज नूं जिन्हें नगर चों बाहर कढ़ा दिता सी, जिहड़ा कहंदा सी कि नगर च मींह तां पवेगा जे तुसी गुरु अंगद देव महाराज नूं इत्थों बाहर कढोगे। ते जिन्ने भी उत्थों दे खडूर साहब दे रहण वाले जिन्ने भी जिमीदार सी उन्होंने सतगुरु नूं बेनती की, पातशाह खान छापरी वाले स्थान ते चले गए सन। ते इस तरह फिर मींह फिर भी नहीं पिया ते तपे दा गुरु साहब मान टुटिया। ते सतगुरु महाराज गुरु अमरदास पातशाह ने वचन कीते। जो पता लग्या कि मेरे गुरु नगर चों बाहर कढ़े आए, तो उदों सतगुरु महाराज ने ही ये बचन किए कि मींह सतगुर दे मींह पाउण दा मूली जी गल है, सतगुर लई तां मूली गल है। तो असी गुरु दे सिख असी मींह पा सकते हैं कि जिथे जिस जिहड़े खेत विच तपे दा शरीर जावेगा, तपा जावेगा, उत्थे मींह पवेगा। तो गुरु सर तपे की इस तरह मौत हुई सी, गुरु अमरदास पातशाह ने खेड़ वरताई सी। तो फिर दुबारा सारे खडूर के रहने वाले जिमीदार सतगुरु अदब सत्कार नाल अपने को लैके आए। तो इस तरह तपे का हंकार तोड़िया, तपा खत्म होया। फिर एक चौधरी सी बख्तावर मल, जिन्होंने अपनी चौधरता का बड़ा माण सी, बड़ा हंकारी सी। जो गुरु अंगद देव महाराज की शोभा सुनी, वडियाई सुनी, लोगों बस सुनता है, संगतां कोई आ रही कोई जा रही ने, इन्हें सुनना किया कि सतगुरु महाराज का बड़ा जस है, वडियाई है। बच्चे तो लैके नौजवान बजुर्ग सारे ही सतगुरु का जस कर रहे हैं।
बड़ी बहुत वड्डी रौनक लगी है। कहते सतगुर की महिमा वडियाई सुन के ना ये चौधरी सतगुरु महाराज की हजूरी में पहुँचे आ, पर अपनी चौधरपणे का हंकार है, माण है, ते माण विच आके जिथे सतगुरु गुरु अंगद दे महाराज दीवान सजे ने, सिंघासन सजिया होया है, सिंघासन ते पातशाह विराजमान ने, संगतां गुरु के सिख गुरु की हजूरी विच हन। कहते चौधरी बख्तावर मार ने उस समय गुरु अंगद दे महाराज नूं मत्था नहीं टेकना कीता कि इस कहते उस समय मत्था नहीं टेकिया जिथे सतगुर का सिंघासन सजिया ना, सतगुर के बरोबर सराहने वाले पासे बैठ गया। सिखा ने इतराज किया, कहन लगे चौधरी तुसीं ये ठीक नहीं कर रहे हो। गुरु अंगद दे महाराज की गद्दी के बरोबर बैठा, सतगुर के बरोबर बैठना किसी को अधिकार नहीं है, सिख ये नहीं जर सकते हैं। तो जदों ये कहन लगे कि मेरे विच ते गुरु अंगद विच महाराज की फर्क है, मैं भी चौधरी हाँ, मेरा भी मान सन्मान है, सतगुरु गुरु नानक की गद्दी के मालक हैं, इस करके मैं बह गया, फिर मैं थले बैठना करा। तो उदों सतगुरु जी ने फिर गुरु सवारे श्लोक उच्चारण किया, शब्द उच्चारण करके धन गुरु अंगद के मरण उपदेश बख्शिश किया, तो चौधरी का मान हरिया, इहदा मान खत्म कर दिता। ये सतगुर के चरणों में डिग गया। सतगुरु महाराज ने जो इस तरह उपदेश सुनिया, उपदेश सुन के ये सतगुर का श्रद्धालु सिख बनया। तो इस तरह बहुत सारिया अहम घटनावां ने, बड़े बड़े अहंकारियों का पातशाह ने मान तोड़ना किया। जेड़े जेड़े परोपकार गुरु अंगद दे महाराज ने अपने जीवन काल में साडे उत्ते करना कीते ने। सब तो बड़ा परोपकार जो आप गुरु ग्रंथ साहिब महाराज की पावन बाणी पढ़ते हैं, धन गुरु ग्रंथ साहिब महाराज दे विच 63 श्लोक गुरु अंगद दे महाराज दे हैं। 63 श्लोक गुरु अंगद दे महाराज दे। फिर आप भाई बाले वाली जन्म साखी पढ़ते हैं। जे भाई बाले वाली जन्म साखी साडे कोल नहीं हुंदी तो गुरु नानक साहब महाराज इतिहास साडे कोल नहीं होना सी। ते भाई बाले वाली जन्म साखी गुरु अंगद दे महाराज ने ये लखाणा कीती सी। जदों गुरु भाई बाला जी सतगुरां दी हजूरी विच पहुंचे सन, आके मत्था टेकिया, बड़े बजुर्ग हो चुके सी। धन गुरु अंगद दे मन बड़ा सत्कार किया कि ये भाई बाला जी गुरु नानक साहब महाराज दे नाल रहे ने, संगी हन। सतगुरां दे जिन्ने भी जीवन च बड़े बड़े कौतक कीते, यात्रावां कीतियां ने, भाई बाले जी ने अपने नेत्रां देखना कीते। ते उदों फिर सतगुरु ने आख्या कि तुसी मैनू गुरु नानक साहब महाराज का इतिहास सुनाना करो। गुरु नानक साहब महाराज जीवन बारे दसो कि सतगुरु ने किहड़े किहड़े कौतक कीते ने। ते उस समय भाई बाला जी सतगुरां दी जन्म पत्री बाबा लाल चंद जो गुरु नानक साहब महाराज चाचा जी सन, उन्हां पर जन्म पत्री लैके आए ने। ते इस तरह भाई पैड़ा मुखा जी, भाई पैड़ा मुखा जी नूं लखारी लाना कीता। ते गुरु अंगद दे महाराज खडूर साहब की धरती ते बहिंदे ने। भाई बाला जी सतगुरां दी जीवन कथा शुरू करते हैं तो भाई पैड़ा मुखा जी लिखते जाते हैं। कहते कई बारी ऐसा हुंदा कि जदों गुरु अंगद दे महाराज धन गुरु नानक दे महाराज जीवन दियां घटनावां कौतक भाई बाले जी पास श्रवण करते हैं तो उदों कई बारी सतगुरु बराग दे विच आ जाते, समाधि च लीन हो जाते, अपनी आपदी सोझी ने बाणी अस्त व्यस्त हो जाती, गल रुक जाता, इन्ने आनंद विच पहुँच जाते सन। भाई बाले वाली जन्म साखी ये गुरु अंगद दे महाराज ने भाई बाला जी तो लखाणा की।
ਤੇ ਤੀਸਰਾ ਪਰਉਪਕਾਰ ਜੋ ਸਤਿਗੁਰੂ ਜੀ ਨੇ ਸਾਡੇ ਉੱਤੇ ਕੀਤਾ ਹੈ ਉਹ ਹੈ ਸਤਿਗੁਰ ਦੇ ਜੀਵਨ ਦਾ ਕਿ ਪਾਤਸ਼ਾਹ ਮਹਾਰਾਜ ਨੇ ਗੁਰਮੁਖ ਲਿਪੀ ਜਿਹੜੀ ਸੀ ਇਹ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਪਰਨਮਾਲਾ ਗੁਰਮੁਖੀ ਜਿਹਦੇ ਰਾਹੀਂ 35 ਅੱਖਰ ਜਿਹਦੇ ਰਾਹੀਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਬਾਚਦੇ ਹਾਂ। ਗੁਰਮੁਖੀ ਦੀ ਦੇਣ ਵੀ ਗੁਰੂ ਅੰਗਦ ਦੇਵ ਮਹਾਰਾਜ ਦੀ ਹੈ। ਇੱਥੋਂ ਤੱਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਦੀਆਂ ਅਹਿਮ ਘਟਨਾ ਵਿੱਚ ਇੱਕ ਘਟਨਾ ਹੋਰ ਆਉਂਦੀ ਹੈ ਕਿ ਸਤਿਗੁਰੂ ਜੀ ਨੇ ਸਰੀਰ ਨੂੰ ਤਾਕਤ ਦੇਣ ਵਾਸਤੇ ਤੇ ਸਤਿਗੁਰੂ ਨੇ ਮੱਲ ਅਖਾੜਾ ਬਣਾਉਣਾ ਕੀਤਾ। ਇਤਿਹਾਸਕਾਰ ਲਿਖਦੇ ਨੇ ਕਿ ਖਡੂਰ ਸਾਹਿਬ ਦੀ ਧਰਤੀ ਤੇ ਮੱਲ ਅਖਾੜੇ ਵਾਲੇ ਸਥਾਨ ਤੇ ਸਤਿਗੁਰੂ ਜੀ ਬੱਚਿਆਂ ਨੂੰ ਇਕੱਤਰ ਕਰਦੇ ਨੇ ਤੇ ਉਹਨਾਂ ਪਾਸੋਂ ਸਤਿਗੁਰੂ ਜੀ ਕੁਸ਼ਤੀ ਕਰਾਉਂਦੇ ਹਨ, ਘੋਲ ਕਰਾਉਂਦੇ ਹਨ ਤੇ ਪਾਤਸ਼ਾਹ ਜੀ ਆਪ ਦੇਖਦੇ ਨੇ ਕੋਲ ਖਲੋ ਕੇ। ਜਿਹੜੇ ਜਿੱਤਦੇ ਨੇ ਉਹਨਾਂ ਨੂੰ ਪਾਤਸ਼ਾਹ ਆਪਣੇ ਪਾਸੋਂ ਇਨਾਮ ਵੀ ਦਿੰਦੇ ਹਨ। ਤੇ ਗੁਰੂ ਸਵਾਰਿਓ, ਗੁਰੂ ਅੰਗਦ ਦੇਵ ਮਹਾਰਾਜ ਨੇ ਇਸ ਤਰ੍ਹਾਂ ਬਹੁਤ ਵੱਡੀਆਂ ਸਾਡੇ ਉੱਤੇ ਬਖਸ਼ਾਂ ਕੀਤੀਆਂ। ਇੱਥੋਂ ਤੱਕ ਜੇਕਰ ਮੋਗੇ ਦਾ ਹੁਕਮਰਾਨ ਹਿਮਾਊਂ ਜਦੋਂ ਉਹ ਸ਼ੇਰਸ਼ਾਹ ਸੂਰੀ ਪਾਸੋਂ ਜੰਗ ਯੁੱਧ ਹਾਰ ਕੇ ਭੱਜ ਕੇ ਮੈਦਾਨੇ ਜੰਗ ਨੂੰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਿਆ, ਕਿਉਂਕਿ ਉਹਨੇ ਸੁਣਨਾ ਕੀਤਾ ਸੀ ਸਤਿਗੁਰ ਦਾ ਜਸ। ਉਹਨੂੰ ਇਹ ਪਤਾ ਸੀ ਕਿ ਸਾਡੇ ਵੱਡੇ ਵਡੇਰਿਆਂ ਨੂੰ ਵਰ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਬਲੀ ਹਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਨੇ। ਗੁਰੂ ਨਾਨਕ ਦੀ ਗੱਦੀ ਉੱਤੇ ਇਸ ਵਕਤ ਬਿਰਾਜਮਾਨ ਹਨ ਗੁਰੂ ਅੰਗਦ ਦੇਵ ਮਹਾਰਾਜ, ਜੋ ਖਡੂਰ ਸਾਹਿਬ ਦੀ ਧਰਤੀ ਉੱਤੇ ਰਹਿ ਰਹੇ ਨੇ। ਮੈਂ ਜਾ ਕੇ ਪੁੱਛਣਾ ਕਰਾਂ ਕਿ ਸਤਿਗੁਰੂ ਜੀ ਮੈਂ ਕਿਵੇਂ ਸਾਡਾ ਰਾਜ ਭਾਗ ਕਿਵੇਂ ਚਲਿਆ ਗਿਆ, ਤੁਹਾਡਾ ਤਾਂ ਵਰ ਪ੍ਰਾਪਤ ਹੋਇਆ ਹੈ। ਕਹਿੰਦੇ ਜਦੋਂ ਇਹ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਉਸ ਸਮੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਬੱਚਿਆਂ ਦਾ ਘੋਲ ਕਰਵਾ ਰਹੇ ਸਨ। ਬੱਚਿਆਂ ਦਾ ਘੋਲ ਹੋ ਰਿਹਾ ਤੇ ਸਤਿਗੁਰੂ ਆਪਣੇ ਧਿਆਨ ਵਿੱਚ ਰਹੇ। ਇਹ ਕੋਲ ਆ ਕੇ ਖਲੋ ਗਿਆ ਤੇ ਪਰ ਗੁਰੂ ਸਵਾਰੇ ਸਤਿਗੁਰੂ ਨੇ ਬਿਲਕੁਲ ਧਿਆਨ ਨਹੀਂ ਦੇਣਾ ਕੀਤਾ। ਜਦੋਂ ਸਤਿਗੁਰੂ ਨੇ ਧਿਆਨ ਨਹੀਂ ਦੇਣਾ ਕੀਤਾ ਤੇ ਉਸ ਸਮੇਂ ਇਹ ਬੜੇ ਗੁੱਸੇ ਵਿੱਚ ਆਇਆ। ਮਨ ਵਿੱਚ ਇਹ ਵਿਚਾਰ ਕਰਦਾ ਕਿ ਮੈਂ ਤਲਵਾਰ ਧੂ ਕੇ ਸ਼੍ਰੀ ਸਾਹਿਬ ਬਾਹਰ ਕੱਢ ਕੇ ਮੈਂ ਗੁਰੂ ਅੰਗਦ ਦੇ ਮਹਾਰਾਜ ਦਾ ਸੀਸ ਹੈ ਤੁਹਾਡੇ ਨਾਲੋਂ ਵੱਖਰਾ ਕਰਦੇ ਹਾਂ। ਪਰ ਗੁਰੂ ਅੰਗਦ ਦੇ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਤਲਵਾਰ ਦੀ ਮੁੱਠ ਉੱਤੇ ਹੱਥ ਪਾਇਆ ਤੇ ਸਤਿਗੁਰੂ ਨੇ ਇਹਦੇ ਵੱਲ ਦੇਖਣਾ ਕੀਤਾ। ਇਤਿਹਾਸਕਾਰ ਲਿਖਦੇ ਨੇ ਕਹਿੰਦੇ ਉਦੋਂ ਹੱਥ ਨਾਲ ਹੀ ਚਿਪਕਿਆ ਸੀ। ਕੀ ਇਤਿਹਾਸਕਾਰ ਲਿਖਦੇ ਨੇ ਕਿ ਉਦੋਂ ਉਹਦੀ ਹਿੰਮਤ ਨਹੀਂ ਪਈ ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਫਕੀਰਾਂ ਉੱਤੇ ਤਲਵਾਰ ਚੁੱਕਣ ਲਈ ਤਿਆਰ ਹੋ ਗਿਆ। ਜਿੱਥੇ ਤਲਵਾਰ ਚਲਾਉਣ ਦੀ ਵਾਰੀ ਸੀ ਮੈਦਾਨੇ ਜੰਗ ਨੂੰ ਛੱਡ ਕੇ ਕੈਰਾਂ ਵਾਂਗ ਗਿੱਦੜਾਂ ਵਾਂਗ ਭੱਜ ਕੇ ਉੱਥੋਂ ਆ ਗਿਆ। ਤੈਨੂੰ ਫਕੀਰਾਂ ਉੱਤੇ ਤਲਵਾਰ ਚਲਾਉਣੀ ਆਉਂਦੀ ਹੈ, ਮੈਦਾਨੇ ਜੰਗ ਚਲਾਉਣੀ ਨਹੀਂ ਆਉਂਦੀ। ਜਦੋਂ ਸਤਿਗੁਰ ਨੇ ਬਚਨ ਕੀਤੇ ਸਾਰਾ ਇਹਦਾ ਹੰਕਾਰ ਦੂਰ ਹੋ ਗਿਆ। ਪਾਤਸ਼ਾਹ ਕਿਰਪਾ ਕਰੋ, ਰਾਜ ਭਾਗ ਚਲਿਆ ਗਿਆ। ਤੇ ਗੁਰੂ ਅੰਗਦ ਦੇ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਰਾਜ ਭਾਗ ਹੁਣੀ ਪ੍ਰਾਪਤ ਹੋ ਜਾਣਾ ਸੀ, ਸਾਡੀ ਸ਼ਰਨ 'ਚ ਆਇਆ ਸੀ, ਤੈਨੂੰ ਰਾਜ ਭਾਗ ਦਵਾ ਦੇਣਾ ਸੀ, ਪਰ ਤਾਂ ਇੱਥੇ ਆ ਕੇ ਮਾਣ ਕਰਨਾ ਕੀਤਾ ਏ। ਜਾਂ ਸਮਾਂ ਲੱਗੇਗਾ, ਸੈਨਾ ਇਕੱਠੀ ਕਰ, ਸਮਾਂ ਆਉਣ 'ਤੇ ਤੈਨੂੰ ਰਾਜ ਭਾਗ ਜ਼ਰੂਰ ਮਿਲ ਜਾਵੇਗਾ। 6 ਮਹੀਨਿਆਂ ਦੇ ਬਾਅਦ ਗੁਰੂ ਸਵਾਰਿਓ ਫਿਰ ਇਹਨੇ ਜੋ ਯੁੱਧ ਹੋਇਆ, ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ, ਦੁਆਰਾ ਰਾਜ ਭਾਗ ਪ੍ਰਾਪਤ ਹੋਇਆ ਸੀ। ਸੋ ਕਹਿਣ ਦਾ ਭਾਵ ਹੈ ਇਹ ਪਰਉਪਕਾਰ ਸਾਡੇ ਉੱਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤੇ ਨੇ। ਫਿਰ ਯਾਦ ਕਰਿਓ, ਪਹਿਲਾ ਪਰਉਪਕਾਰ ਗੁਰਮੁਖ ਲਿਪੀ। ਗੁਰਮੁਖ ਲਿਪੀ ਜਿਹਦੇ ਰਾਹੀਂ ਆਪਾਂ ਅੱਜ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਵਰਣਮਾਲਾ। ਤੇ ਦੂਜਾ ਪਰਉਪਕਾਰ ਪਾਤਸ਼ਾਹ ਨੇ ਸਾਡੇ ਉੱਤੇ ਕੀਤਾ ਏ,
ਜਿਹੜਾ ਆਪਾਂ 63 ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹਨ ਸਤਿਗੁਰ ਦੇ ਗੁਰਬਾਣੀ। ਤੇ ਇਸੇ ਤਰ੍ਹਾਂ ਤੀਜਾ ਪਰਉਪਕਾਰ ਭਾਈ ਬਾਲੇ ਵਾਲੀ ਜਨਮ ਸਾਖੀ, ਜੋ ਸਤਿਗੁਰ ਦੀ ਇਹ ਦੇਣ ਹੈ, ਜੋ ਭਾਈ ਪੈੜਾ ਮੁੱਖਾ ਪਾਸੋਂ ਲਖਾਣਾ ਕੀਤੀ। ਤੇ ਇਸ ਤਰ੍ਹਾਂ ਗੁਰੂ ਸਵਾਰੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਫਿਰ 1552 ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਆਪ ਸਤਿਗੁਰੂ ਮਹਾਰਾਜ ਜੀ ਫਿਰ ਖਡੂਰ ਸਾਹਿਬ ਦੀ ਧਰਤੀ 'ਤੇ ਜੋਤੀ ਜੋ ਸਮਾਏ ਸਨ। ਜੋ ਸਤਿਗੁਰੂ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਚਨ ਕਰ ਦਿੱਤੇ, ਕਹਿਣ ਲੱਗੇ, ਪੁਰਖਾ ਦੇਖ, ਸਾਨੂੰ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਬਖਸ਼ਿਸ਼ ਕੀਤੀ ਤੇ ਹੁਕਮ ਕੀਤਾ ਕਿ ਤੁਸੀਂ ਖਡੂਰ ਦੀ ਧਰਤੀ 'ਤੇ ਜਾਣਾ ਕਰੋ। ਹੁਣ ਗੱਦੀ ਤੁਹਾਨੂੰ ਬਖਸ਼ਿਸ਼ ਹੋਈ ਹੈ ਤੇ ਤੁਸੀਂ ਵੀ ਇੱਥੇ ਨਹੀਂ ਰਹਿਣਾ, ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ, ਉੱਥੇ ਜਾ ਕੇ ਆਪਣੀ ਜੋਤ ਜਗਾਣਾ ਕਰੋ। ਜੇ ਇੱਥੋਂ ਰਹੋਗੇ, ਇੱਥੇ ਰਹਿਣ ਦੇ ਨਾਲ ਸਾਡੇ ਜਿਹੜੇ ਸਾਹਿਬਜ਼ਾਦੇ ਨੇ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਹਨ, ਇਹ ਝਗੜਾ ਕਰਨਗੇ, ਇਸ ਕਰਕੇ ਤੁਸੀਂ ਇੱਥੋਂ ਹੁਣ ਜਾਣਾ ਕਰੋ। ਤੇ ਗੁਰੂ ਸਵਾਰੇ ਫਿਰ ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੋਤੀ ਜੋ ਸਮਾਏ ਸਨ। ਤੇ ਅੰਤਮ ਕਿਰਿਆ ਫਿਰ ਜਿਹੜੀ ਸਾਰੀ ਹੈ ਇਸ ਤਰ੍ਹਾਂ ਖਡੂਰ ਸਾਹਿਬ ਧਰਤੀ 'ਤੇ ਕੀਤੀ ਗਈ। ਸੋ ਅੱਜ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦਾ ਜੋਤੀ ਜੋ ਸਮਾਣ ਦਾ ਦਿਵਸ ਦਿਹਾੜਾ ਹੈ। ਸਾਡੇ ਇਹ ਦਿਹਾੜੇ ਮਨਾਏ ਹੋਏ ਤਾਂ ਸਫਲੇ ਨੇ ਜੇ ਆਪਾਂ ਸਤਿਗੁਰੂ ਜੀ ਵੱਲੋਂ ਪਾਏ ਹੋਏ ਪੂਰਨਿਆਂ 'ਤੇ ਚੱਲੀਏ, ਸਤਿਗੁਰ ਦੀ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਬਖਸ਼ਿਸ਼ ਕਰਨਗੇ। ਸੋ ਗੁਰਬਾਣੀ ਦੀ ਵਿਚਾਰ 'ਚ ਪਾਤਸ਼ਾਹ ਬਚਨ ਕਰਦੇ ਹਨ, ਇਹ ਗੁਰ ਕੈ ਸ਼ਬਦ ਪਵਿੱਤਰ ਸਰੀਰਾ। ਗੁਰੂ ਦੇ ਜਿਹੜੇ ਸ਼ਬਦ, ਜਦੋਂ ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ, ਜਿਹੜੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਹਾਂ, ਉਹਨਾਂ ਦੇ ਸਰੀਰ ਫਿਰ ਪਵਿੱਤਰ ਹੋ ਜਾਂਦੇ, ਸ਼ੁੱਧ ਹੋ ਜਾਂਦੇ ਹਨ। ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ। ਉਸ ਸਰੀਰ ਦੇ ਵਿੱਚ ਸੰਤਹਿਕਰਨ ਦੇ ਵਿੱਚ ਜਿਹੜਾ ਗੁਣਾਂ ਦਾ ਗਹੀਰ ਡੂੰਘਾਈ ਵਾਲਾ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਫਿਰ ਵਾਸਾ ਹੁੰਦਾ ਹੈ। ਹੁਣ ਪਰਮੇਸ਼ਰ ਹੈ ਸਾਰਿਆਂ ਵਿੱਚ ਹੈ, ਜਿਨ੍ਹਾਂ ਦੇ ਅੰਦਰ ਸ਼ਬਦ ਵਸਿਆ ਉਹਨਾਂ ਦੇ ਵਿੱਚ ਵੀ ਹੈ, ਜਿਨ੍ਹਾਂ ਵਿੱਚ ਸ਼ਬਦ ਨਹੀਂ ਵਸਿਆ ਉਹਨਾਂ ਦੇ ਵਿੱਚ ਵੀ ਹੈ। ਪਰ ਗੱਲ ਕੀ ਹੈ, ਜਿਨ੍ਹਾਂ ਦੇ ਅੰਦਰ ਸ਼ਬਦ ਦੀ ਵਿਚਾਰਧਾਰਾ ਵਸ ਜਾਂਦੀ ਹੈ, ਉਹਨਾਂ ਨੂੰ ਅੰਦਰ ਬੈਠਾ ਦਿਖਾਈ ਦੇਣ ਲੱਗ ਪੈਂਦਾ ਏ। ਜਿਹੜੇ ਸ਼ਬਦ ਤੋਂ ਵਾਂਝੇ ਨੇ ਉਹ ਬਾਹਰ ਟੱਕਰਾਂ ਮਾਰਦੇ, ਉਹਨੂੰ ਪਰਮੇਸ਼ਰ ਦਿਖਾਈ ਨਹੀਂ ਦਿੰਦਾ ਹੈ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਕੁਦਰਤੀ ਤੌਰ 'ਤੇ ਹੈ, ਕਮਰਾ ਬੰਦ ਹੋਵੇ, ਲਾਈਟ ਨਾ ਹੋਵੇ ਤੇ ਲਾਈਟ ਦੀਵਾ ਜਗਾ ਦਿੱਤਾ ਜਾਵੇ, ਹਨੇਰਾ ਦੂਰ ਹੋ ਜਾਂਦਾ, ਪ੍ਰਕਾਸ਼ ਹੁੰਦਾ। ਪ੍ਰਕਾਸ਼ ਹੋਣ ਦੇ ਨਾਲ ਹੀ ਆਪਾਂ ਜੋ ਵੀ ਸਾਜੋ ਸਮਾਨ ਕਮਰੇ ਵਿੱਚ ਪਿਆ ਹੋਇਆ, ਬੈੱਡ ਲੱਗਿਆ ਹੋਇਆ, ਕੁਰਸੀਆਂ ਪਈਆਂ ਨੇ, ਜਾਂ ਹੋਰ ਘਰੇਲੂ ਸਾਜੋ ਸਮਾਨ ਹੈ, ਆਪਾਂ ਉਸ ਪ੍ਰਕਾਸ਼ ਨਾਲ ਦੇਖ ਲੈਂਦੇ ਕਿ ਆਹ ਫਲਾਣੀ ਚੀਜ਼ ਫਲਾਣੀ ਥਾਂ 'ਤੇ ਪਈ ਹੋਈ ਹੈ। ਇਸੇ ਤਰ੍ਹਾਂ ਜਦੋਂ ਹਿਰਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ ਨਾ, ਸ਼ਬਦ ਦੇ ਪ੍ਰਕਾਸ਼ ਰਾਹੀਂ ਆਪਾਂ ਅੰਤःਕਰਨ ਦੇਖ ਸਕਦੇ ਸਾਡੇ ਅੰਦਰ ਕੀ ਕੀ ਵਰਤ ਰਿਹਾ ਹੈ। ਤੇ ਸ਼ਬਦ ਦੀ ਲੋਅ ਦੇ ਰਾਹੀਂ ਫਿਰ ਉਹ ਗੁਰਮੁਖ ਜਨ ਸਾਰੀਆਂ ਥਾਵਾਂ 'ਤੇ ਇੱਕ ਪਰਮੇਸ਼ਰ ਨੂੰ ਦੇਖ ਲੈਂਦੇ ਨੇ। ਉਹਨਾਂ ਨੂੰ ਆਪਣੇ ਅੰਦਰ ਬੈਠਾ ਦਿਖਾਈ ਦਿੰਦਾ ਹੈ ਕਿ ਐਵੇਂ ਬਾਹਰ ਟੱਕਰਾਂ ਮਾਰੀ ਜਾ ਰਹੇ ਆ, ਸੋਝੀ ਆ ਜਾਂਦੀ ਹੈ। ਜਿਹੜਾ ਅੰਦਰ ਬੈਠਾ, ਅੰਦਰ ਬੈਠੇ ਨਾਲ ਮੈਂ ਗੱਲਾਂ ਬਾਤਾਂ ਕਰਾਂ, ਅੰਤਰ ਧਿਆਨ ਹੋ ਕੇ ਫਿਰ ਗੁਰੂ ਸਵਾਰੇ ਅੰਦਰ ਬੈਠੇ ਪਰਮੇਸ਼ਰ ਨਾਲ, ਵਾਹਿਗੁਰੂ ਨਾਲ ਗੱਲਾਂ ਬਾਤਾਂ ਕਰਦੇ ਹਨ। ਕਹਿੰਦੇ ਉਹ ਪਰਮੇਸ਼ਰ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ। ਗੁਣਾਂ ਦਾ ਗਹੀਰ ਡੂੰਘਾਈ ਵਾਲਾ ਪਰਮੇਸ਼ਰ ਹੈ। ਕਹਿੰਦੇ ਉਹ ਗਹੀਰ ਪਰਮੇਸ਼ਰ ਉਸ ਵਿੱਚ, ਉਸ ਹਿਰਦੇ ਘਰ ਵਿੱਚ ਵਸਦਾ ਹੈ। ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ ਮਨ ਬਸਾਏਂਦਾ। ਹੁਣ ਉਹ ਗੁਰਮੁਖ ਪਿਆਰਾ ਜਿਹਦੇ ਹਿਰਦੇ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਉਹ ਸਾਰੀਆਂ ਥਾਵਾਂ 'ਤੇ ਜਿਹੜਾ ਇੱਕ ਪਰਮੇਸ਼ਰ ਸੱਚਾ ਹੈ, ਜਿਹੜਾ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ।
ਉਸ ਪਰਮੇਸ਼ਰ ਨੂੰ ਸਾਰੀਆਂ ਥਾਵਾਂ 'ਤੇ ਉਹ ਵਾਹਿਗੁਰੂ ਉਹ ਜੀਵ ਦੇਖਦਾ ਹੈ। ਸੱਚ ਸੁਣ ਮਨ ਵਸਾਏਂਦਾ, ਤੇ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸੁਣਦਾ, ਸੱਚ ਦੀ ਵਡਿਆਈ ਸੁਣਦਾ ਤੇ ਸੁਣ ਕੇ ਮਨ ਵਸਾਏਂਦਾ। ਆਪਣੇ ਮਨ ਦੇ ਵਿੱਚ ਉਸ ਵਡਿਆਈ ਨੂੰ ਉਹ ਜੀਵ ਉਹ ਗੁਰਮੁਖ ਪਿਆਰਾ ਵਸਾ ਲੈਂਦਾ ਹੈ। ਹਉਮੈ ਗਣਤ ਗੁਰ ਸ਼ਬਦ ਨਿਵਾਰੇ, ਹਰ ਜਿਉ ਹਿਰਦੈ ਰੱਖੋ ਔਰ ਧਾਰੇ। ਅਗਲੀ ਪੰਕਤੀ 'ਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸਵਾਲ ਕੀਤਾ, ਕਹਿਣ ਲੱਗੇ ਪਾਤਸ਼ਾਹ ਜੀ ਸ਼ਬਦ ਦਾ ਪ੍ਰਕਾਸ਼ ਕਿਉਂ ਨਹੀਂ ਹੋ ਰਿਹਾ? ਬਾਣੀ ਦਾ ਅਭਿਆਸ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਪਰ ਹਿਰਦੇ ਅੰਦਰ ਸ਼ਬਦ ਦਾ ਪ੍ਰਕਾਸ਼ ਕਿਉਂ ਨਹੀਂ ਹੋ ਰਿਹਾ? ਤੇ ਸਤਿਗੁਰੂ ਕਹਿੰਦੇ ਜੀਵ ਦੇ ਅੰਦਰ ਹਉਮੈ ਹੈ। ਹਉਮੈ ਹੋਣ ਕਰਕੇ, ਮੈਂਪੁਣਾ ਹੋਣ ਕਰਕੇ ਜੀਵ ਸ਼ਬਦ ਦਾ ਅਭਿਆਸ ਕਰਦਾ ਏ, ਪਰ ਸ਼ਬਦ ਦਾ ਅਭਿਆਸ ਕਰਦਿਆਂ ਹੋਇਆ ਹੋਰ ਜ਼ਿਆਦਾ ਮਨ ਵੱਧ ਜਾਂਦਾ। ਸੇਵਾ ਕਰਦਾ ਏ, ਸੇਵਾ ਕਰਕੇ ਹੋਰ ਮਨ ਵੱਧਦਾ ਏ। ਕਿਵੇਂ ਵੱਧਦਾ? ਕਿ ਮੇਰੇ ਜੈਸਾ ਕੋਈ ਨਹੀਂ, ਮੈਂ ਇੰਨਾ ਘੰਟਾ ਗੁਰੂ ਘਰ ਵੇਖੇ, ਮੈਂ ਸੰਗਤ ਦਾ ਆਨੰਦ ਮਾਣਦਾ, ਇੰਨਾ ਸਮਾਂ ਬਾਣੀ ਪੜ੍ਹਦਾ, ਮੈਂ ਤਾਂ ਮੇਰੇ ਇਸ ਤਰ੍ਹਾਂ ਮੈਂ ਵੱਡਾ ਹਾਂ, ਹੰਕਾਰ ਆਉਂਦਾ। ਸੇਵਾ ਕਰਦਾ ਕਿ ਮੈਂ ਗੁਰੂ ਘਰ ਦੀ ਸੇਵਾ ਕਰਦਾ, ਮੈਂ ਝਾੜੂ ਲਾਉਂਦਾ, ਪੋਚਾ ਲਾਉਂਦਾ, ਮੈਂ ਲੰਗਰਾਂ ਵਿੱਚ ਲੰਗਰ ਵਰਤਾਉਂਦਾ, ਲੰਗਰ ਬਣਾਉਂਦਾ, ਹੋਰ ਮੈਂ ਸੇਵਾਵਾਂ ਕਰਦਾ, ਜੋੜੇ ਘਰ ਸੇਵਾ ਕਰਦਾ। ਹੰਕਾਰ ਆ ਗਿਆ, ਮੈਨੂੰ ਤਾਂ ਮਿਟਾਉਣਾ ਹੈ। ਅਤੇ ਮੈਂ ਮੁੱਕਣੀ ਕਦੋਂ ਹੈ? ਜਦੋਂ ਸਾਡੇ ਹਿਰਦਿਆਂ ਦਾ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਜਦੋਂ ਸਾਡੇ ਹਿਰਦਿਆਂ ਨਿਮਰਤਾ ਸੇਵਾ ਦੇ ਨਾਲ ਸਿਮਰਨ ਹੋਵੇਗਾ, ਫਿਰ ਗੁਰੂ ਸਰ ਸਾਡੇ ਅੰਦਰੋਂ ਹਉਮੈ ਮੁੱਕ ਸਕਦੀ ਹੈ। ਜਦੋਂ ਤੱਕ ਸਾਡੇ ਕੋਲ ਸੇਵਾ ਹੈ ਅਤੇ ਸਿਮਰਨ ਨਹੀਂ, ਜੇ ਸਿਮਰਨ ਹੈ ਪਰ ਸੇਵਾ ਨਹੀਂ ਹੈ, ਅਤੇ ਇੱਕ ਘਾਟ ਸਾਡੇ ਅੰਦਰ ਇਹ ਮਹਿਸੂਸ ਹੁੰਦੀ ਹੈ। ਫਿਰ ਜਦੋਂ ਦੋਨੋਂ ਇਕੱਠੇ ਹੋ ਗਏ, ਸੇਵਾ ਸਿਮਰਨ, ਫਿਰ ਗੁਰੂ ਸਵਰੇ ਮਾਣ ਨਹੀਂ ਆ ਸਕਦਾ ਹੈ, ਮਾਣ ਦੂਰ ਹੋ ਜਾਂਦਾ ਹੈ। ਫਿਰ ਸਤਿਗੁਰੂ ਜੀ ਇਹ ਹਉਮੈ ਜਿਹੜੀ ਹੈ, ਮਾਣ ਹੈ, ਹੰਕਾਰ ਹੈ, ਇਹ ਕਿਵੇਂ ਦੂਰ ਹੋ ਸਕਦੀ ਹੈ? ਇਸ ਹਉਮੈ ਕਰਕੇ ਜੀਵ ਗਿਣਤੀਆਂ ਮਿਣਤੀਆਂ ਕਰਦਾ ਫਿਰਦਾ ਹੈ, ਕਿਵੇਂ ਦੂਰ ਹੋ ਸਕਦੀ ਹੈ? ਤੇ ਪਾਤਸ਼ਾਹ ਕਹਿੰਦੇ ਨੇ ਗੁਰ ਸ਼ਬਦ ਦੇ ਰਾਹੀਂ ਦੂਰ ਹੋ ਸਕਦੀ ਹੈ। ਜੋ ਸ਼ਬਦ ਨਾਲ ਜੁੜਾਂਗੇ, ਸ਼ਬਦ ਵਿੱਚ ਐਸੀ ਤਾਕਤ ਹੈ ਕਿ ਗੁਰੂ ਦਾ ਸ਼ਬਦ ਹਿਰਦੇ ਅੰਦਰੋਂ ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਗੁਰੂ ਦਾ ਸ਼ਬਦ ਐਸਾ ਹੈ ਜਿਹੜਾ ਤੇਰੇ ਅੰਦਰੋਂ ਹਉਮੈ ਦੀ ਗਿਣਤੀ ਜਾਂ ਗਿਣਤੀ ਮਿਣਤੀ ਤੂੰ ਕਰਦਾ ਫਿਰਦਾ ਹੈ, ਇਹ ਗੁਰੂ ਦੇ ਸ਼ਬਦ ਨਿਵਾਰੇ ਖਤਮ ਕਰ ਦੇਣੀ ਹੈ। ਜਦੋਂ ਹਉਮੈ ਮੁੱਕ ਗਈ, ਹਰ ਜੀਉ ਹਿਰਦੈ ਰੱਖੋ ਔਰ ਧਾਰੇ। ਜਿਹੜਾ ਹਿਰਦੇ ਵਿੱਚ ਪਰਮੇਸ਼ਰ ਪਹਿਲਾਂ ਵੀ ਬੈਠਾ ਸੀ, ਹੁਣ ਵੀ ਬੈਠਾ ਹੈ, ਅੱਗੇ ਵੀ ਬੈਠਾ ਰਹੇਗਾ। ਉਹ ਤੈਨੂੰ ਹਉਮੈ ਦੂਰ ਹੋਣ ਕਰਕੇ ਹੀ ਤੈਨੂੰ ਹਿਰਦੇ ਵਿੱਚੋਂ ਉਹ ਦਿਖਾਈ ਦੇਣ ਲੱਗ ਪਵੇਗਾ। ਉਹ ਹਿਰਦੇ ਵਿੱਚ ਹੈ, ਕਿਤੇ ਬਾਹਰ ਨੂੰ ਲੱਭਣਾ ਕਰ, ਉਹਨੂੰ ਐਵੇਂ ਬਾਹਰ ਟੱਕਰਾਂ ਨਾ ਮਾਰ, ਆਪਣੇ ਅੰਦਰ ਝਾਤੀ ਮਾਰਨਾ ਕਰ। ਅਤੇ ਉਸ ਜਿਹੜਾ ਤੇਰੇ ਹਿਰਦੇ ਅੰਦਰ ਬੈਠਾ ਹੋਇਆ, ਅਤੇ ਪਾਤਸ਼ਾਹ ਕਹਿੰਦੇ ਨੇ ਉਸੇ ਪਰਮੇਸ਼ਰ ਨੂੰ ਤੂੰ ਆਪਣੇ ਉਰ ਧਾਰੇ, ਹਿਰਦੇ ਅੰਦਰ ਧਾਰਨ, ਉਹਦਾ ਧਿਆਨ ਧਾਰਨ ਕਰਨਾ ਕਰ। ਗੁਰ ਕੈ ਸ਼ਬਦ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਂਦਾ। ਅਤੇ ਸਤਿਗੁਰੂ ਜੀ ਨੂੰ ਧਿਆਨ ਦਾ ਤਰੀਕਾ ਕਿਹੜਾ ਹੈ, ਕਿਵੇਂ ਉਹਦੀ ਸਿਫਤ ਸਲਾਹ ਕਰਨੀ ਹੈ? ਅਤੇ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ। ਸ਼ਬਦ ਹੀ ਇੱਕ ਐਸਾ ਹੈ ਜਿਹਦੇ ਰਾਹੀਂ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਕਰ ਸਕਦੇ ਹਾਂ। ਗੁਰੂ ਦੇ ਸ਼ਬਦ ਨਾਲ ਜੁੜ, ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਮਾਲਕ ਨੂੰ ਸਦਾ ਸਲਾਹ ਸਦੀਵੀ ਕਾਲ, ਉਸ ਮਾਲਕ ਦੀ ਸਿਫਤ ਸਲਾਹ ਕਰ। ਜੋ ਸ਼ਬਦ ਨਾਲ ਸਿਫਤ ਸਲਾਹ ਕਰਦਾ ਜਾਵੇਗਾ, ਇੱਕ ਦਿਨ ਸਮਾਂ ਐਸਾ ਆਵੇਗਾ, ਮਿਲ ਸਾਚੇ ਸੁਖ ਪਾਏਂਦਾ। ਸੱਚੇ ਪਰਮੇਸ਼ਰ ਨਾਲ ਇਹ ਜੀਵ ਤੂੰ ਮਿਲ ਜਾਵੇਗਾ, ਉਹਦੇ ਨਾਲ ਇੱਕਮਿਕ ਹੋ ਜਾਵੇਗਾ, ਅਤੇ ਇਸ ਤਰ੍ਹਾਂ ਸਦੀਵੀ ਕਾਲ ਦਾ ਸੁੱਖ ਤੈਨੂੰ ਫਿਰ ਪ੍ਰਾਪਤ ਹੋ ਜਾਵੇਗਾ। ਇੱਕ ਸੁੱਖ ਹੁੰਦਾ ਕਿ ਅੱਜ ਸੁੱਖ ਹੈ ਅਤੇ ਦੁੱਖ 'ਚ ਤਬਦੀਲ ਹੋ ਜਾਂਦਾ, ਦੁੱਖ ਹੈ, ਦੁੱਖ ਤੋਂ ਬਾਅਦ ਸੁੱਖ ਆ ਜਾਂਦੇ ਨੇ। ਪਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਵਸ ਜਾਂਦਾ, ਸ਼ਬਦ ਦੀ ਵਿਚਾਰ ਵਸ ਜਾਂਦੀ ਹੈ,
ਉਹ ਸਦੀਵੀ ਕਾਲ ਲਈ ਸੁਖੀ ਰਹਿੰਦੇ ਨੇ। ਇਸ ਲੋਕ 'ਚ ਵੀ ਸੁਖੀ ਅਤੇ ਪਰਲੋਕ ਦੇ ਵਿੱਚ ਵੀ ਉਹ ਸੁਖੀ ਰਹਿੰਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ।